ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਮੈਂ ਹਰਜਿੰਦਰ ਕੌਰ ਤੁਹਾਡੀ ਪੰਜਾਬੀ ਵਿਸ਼ੇ ਦੀ ਅਧਿਆਪਕਾ ਤੁਹਾਡਾ ਪੰਜਾਬੀ ਜਮਾਤ ਵਿੱਚ ਸਵਾਗਤ ਕਰਦੀ ਹਾਂ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਤੁਹਾਡੀ ਨਵੀਨ ਪੰਜਾਬੀ ਪਾਠਮਾਲਾ ਵਿੱਚੋਂ ਪਾਠ 3 ਸਮੇਂ ਦਾ ਸਦਉਪਯੋਗ ਕਰਾਂਗੇ। ਹਾਂਜੀ ਬੇਟਾ, ਦੇਖੋ ਇਸ ਲੇਖ ਵਿੱਚ ਲੇਖਕ ਨੇ ਮਨੁੱਖ ਨੂੰ ਸਮੇਂ ਦੀ ਸਹੀ ਵਰਤੋਂ ਕਰਨ ਦੀ ਸਿੱਖਿਆ ਦਿੱਤੀ ਹੈ। ਸਮਾਂ ਕਦੀ ਕਿਸੇ ਦਾ ਨਹੀਂ ਬਣਦਾ, ਇਹ ਕਦੀ ਨਹੀਂ ਰੁਕਦਾ। ਇੱਕ ਵਾਰ ਸਮਾਂ ਹੱਥੋਂ ਨਿਕਲ ਗਿਆ ਵਾਪਸ ਨਹੀਂ ਆਉਂਦਾ। ਮਨੁੱਖ ਨੂੰ ਸਮੇਂ ਦੇ ਹਾਣੀ ਬਣ ਕੇ ਜਿਉਣਾ ਚਾਹੀਦਾ ਹੈ। ਜਿਹੜੇ ਲੋਕ ਸਮੇਂ ਦੀ ਕਦਰ ਨਹੀਂ ਕਰਦੇ ਪਛਤਾਉਂਦੇ ਹੀ ਰਹਿੰਦੇ ਹਨ। ਬੇਟਾ ਦੇਖੋ, ਇਹ ਇੱਕ ਲੇਖ ਹੈ ਨਾ। ਇਸ ਲੇਖ ਦੇ ਵਿੱਚ ਆਪਾਂ ਨੂੰ ਸਮੇਂ ਦੀ ਕਦਰ ਕਰਨ ਬਾਰੇ ਦੱਸਿਆ ਗਿਆ ਹੈ ਕਿ ਸਾਨੂੰ ਸਮੇਂ ਦੀ ਕਦਰ ਕਿਉਂ ਕਰਨੀ ਚਾਹੀਦੀ ਹੈ। ਠੀਕ ਹੈ ਨਾ ਬੇਟਾ ਜੀ। ਹਾਂਜੀ, ਅੱਗੇ ਲੈਸਨ ਬਾਰੇ ਦੇਖਦੇ ਹਾਂ। ਪਾਠ ਵਿੱਚ ਸਮਾਂ ਬਹੁਤ ਕੀਮਤੀ ਚੀਜ਼ ਹੈ, ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਸਮਾਂ ਕੀ ਹੈ? ਬਹੁਤ ਜ਼ਿਆਦਾ ਕੀਮਤੀ ਚੀਜ਼ ਹੈ, ਕਿਉਂਕਿ ਇਹ ਇੱਕ ਵਾਰ ਲੰਘ ਜਾਵੇ ਦੁਬਾਰਾ ਵਾਪਸ ਹੱਥ ਨਹੀਂ ਆਉਂਦਾ। ਸਾਨੂੰ ਸਮੇਂ ਦੀ ਕੀ ਹੈ? ਕਦਰ ਕਰਨੀ ਚਾਹੀਦੀ ਹੈ। ਜਿਹੜੇ ਲੋਕ ਸਮੇਂ ਦੀ ਕਦਰ ਨਹੀਂ ਕਰਦੇ ਬਾਅਦ ਵਿੱਚ ਪਛਤਾਉਂਦੇ ਹਨ। ਸਾਨੂੰ ਸਮੇਂ ਦੇ ਹਾਣੀ ਬਣ ਕੇ ਚੱਲਣਾ ਚਾਹੀਦਾ ਹੈ। ਸਮੇਂ ਦੇ ਹਾਣੀ ਬਣਨ ਤੋਂ ਭਾਵ ਹੈ ਸਮੇਂ ਦੇ ਨਾਲ ਨਾਲ ਚੱਲਣਾ। ਠੀਕ ਹੈ। ਹਾਂਜੀ ਬੇਟਾ, ਅੱਗੇ ਦੇਖੋ। ਸ਼ੇਕਸਪੀਅਰ ਅੰਗਰੇਜ਼ੀ ਦਾ ਇੱਕ ਮਹਾਨ ਲੇਖਕ ਹੈ। ਸ਼ੇਕਸਪੀਅਰ ਕੌਣ ਹੈ? ਅੰਗਰੇਜ਼ੀ ਦਾ ਇੱਕ ਮਹਾਨ ਲੇਖਕ ਹੈ। ਉਹ ਲਿਖਦਾ ਹੈ ਕਿ ਜਿਹੜੇ ਲੋਕ ਸਮੇਂ ਨੂੰ ਨਸ਼ਟ ਕਰਦੇ ਹਨ, ਸਮਾਂ ਉਹਨਾਂ ਨੂੰ ਨਸ਼ਟ ਕਰ ਦਿੰਦਾ ਹੈ। ਉਸਦੇ ਕਹਿਣ ਦਾ ਭਾਵ ਕੀ ਹੈ ਕਿ ਸਮੇਂ ਨੂੰ ਵਿਹਲੇ ਬੈਠ ਕੇ ਗੱਪਾਂ ਮਾਰ ਕੇ ਨਹੀਂ ਗਵਾਉਣਾ ਚਾਹੀਦਾ। ਹਰ ਪਲ ਪੂਰਾ ਲਾਭ ਉਠਾਉਣਾ ਚਾਹੀਦਾ ਹੈ। ਸਕੂਲ ਵਿੱਚ ਬੱਚਿਆਂ ਦੀ ਹੀ ਗੱਲ ਲੈ ਲਓ। ਜਿਹੜੇ ਬੱਚੇ ਸਾਲ ਦੇ ਸ਼ੁਰੂ ਤੋਂ ਹੀ ਪੜ੍ਹਾਈ ਆਰੰਭ ਕਰ ਦਿੰਦੇ ਹਨ, ਉਹ ਪੜ੍ਹਾਈ ਦਾ ਬੋਝ ਮਹਿਸੂਸ ਨਹੀਂ ਕਰਦੇ। ਪ੍ਰੀਖਿਆਵਾਂ ਦੌਰਾਨ ਉਹਨਾਂ ਦੀ ਪੜ੍ਹਨ ਦੀ ਬਹੁਤੀ ਨੱਸ ਭੱਜ ਨਹੀਂ ਪੈਂਦੀ, ਕਿਉਂਕਿ ਉਹਨਾਂ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਪੜ੍ਹਾਈ ਸਮੇਂ ਦੇ ਮੁਤਾਬਕ ਕੀਤੀ ਹੁੰਦੀ ਹੈ। ਰੋਜ਼ ਦਾ ਕੰਮ ਰੋਜ਼ ਕੀਤਾ ਹੁੰਦਾ ਆ। ਠੀਕ ਹੈ ਨਾ। ਕਹਿੰਦੇ ਪ੍ਰੀਖਿਆਵਾਂ ਦੌਰਾਨ ਉਹ ਆਪਣੀਆਂ ਕਿਤਾਬਾਂ 'ਤੇ ਇੱਕ ਸਰਸਰੀ ਜਿਹੀ ਨਜ਼ਰ ਮਾਰਦੇ ਆ। ਠੀਕ ਹੈ ਨਾ। ਉਹ ਕੀ ਹੈ? ਮਾਮੂਲੀ ਜਿਹੀ ਨਜ਼ਰ ਮਾਰਦੇ ਆ ਉਹਨਾਂ ਨੂੰ, ਕਿਉਂਕਿ ਸਾਰਾ ਕੁਝ ਆ ਰਿਹਾ ਹੁੰਦਾ ਆ। ਅਸਲ ਵਿੱਚ ਉਹਨਾਂ ਨੇ ਸਮੇਂ ਨੂੰ ਸੰਭਾਲਿਆ ਹੁੰਦਾ ਹੈ। ਠੀਕ ਹੈ। ਅਸਲ ਵਿੱਚ ਉਹ ਸਮੇਂ ਦੇ ਹਾਣੀ ਬਣ ਕੇ ਚੱਲੇ ਹੁੰਦੇ ਹਨ। ਇਸ ਦੇ ਉਲਟ ਜਿਹੜੇ ਬੱਚੇ ਸਮੇਂ ਸਿਰ ਪੜ੍ਹਾਈ ਸ਼ੁਰੂ ਨਹੀਂ ਕਰਦੇ, ਜਿਨ੍ਹਾਂ ਦੇ ਮਨ ਵਿੱਚ ਰਹਿੰਦਾ ਹੈ ਕਿ ਹਾਲੇ ਸਾਲ ਪਿਆ ਹੈ, ਪੜ੍ਹ ਲਵਾਂਗੇ। ਹਜੇ ਵੀ ਤੁਹਾਡੇ ਵਿੱਚੋਂ ਬਹੁਤ ਸਾਰੇ ਬੱਚੇ ਅਜਿਹਾ ਸੋਚ ਰਹੇ ਹੋਣਗੇ, ਕੋਈ ਨਹੀਂ, ਸਾਲ ਪਿਆ ਹੈ, ਪੜ੍ਹ ਲਾਂਗੇ, ਹੈ ਨਾ। ਉਹਨਾਂ ਲਈ ਜਿਹੜੀ ਇਹ ਪੜ੍ਹਾਈ ਹੈ ਨਾ, ਬਾਅਦ ਦੇ ਵਿੱਚ ਬੜੀ ਔਖੀ ਹੋ ਜਾਣੀ ਆ। ਠੀਕ ਹੈ ਨਾ। ਉਹਨਾਂ ਵਾਸਤੇ ਪੜ੍ਹਾਈ ਇੱਕ ਬੋਝ ਬਣ ਜਾਂਦੀ ਹੈ। ਪ੍ਰੀਖਿਆਵਾਂ ਦੌਰਾਨ ਉਹ ਜਿਹੜੇ ਵੀ ਵਿਸ਼ੇ ਨੂੰ ਹੱਥ ਪਾਉਂਦੇ ਹਨ, ਦੇਖੋ ਜਿਹੜੇ ਬੱਚੇ ਨੇ ਸਾਰਾ ਸਾਲ ਪੜ੍ਹਿਆ ਨਹੀਂ ਹੁੰਦਾ, ਪੇਪਰਾਂ ਦੇ ਵਿੱਚ ਉਹਨੂੰ ਹਰੇਕ ਵਿਸ਼ਾ ਮੁਸ਼ਕਲ ਹੀ ਲੱਗਦਾ ਆ। ਇਸ ਤਰ੍ਹਾਂ ਉਹ ਪ੍ਰੀਖਿਆਵਾਂ ਵਿੱਚ ਨਕਲ ਦਾ ਸਹਾਰਾ ਲੈਂਦੇ ਹਨ। ਨਕਲ ਇੱਕ ਅਜਿਹੀ ਬੁਰਾਈ ਹੈ ਜਿਹੜੀ ਉਹਨਾਂ ਦਾ ਜੀਵਨ ਨਸ਼ਟ ਕਰਕੇ ਰੱਖ ਦਿੰਦੀ ਹੈ। ਸਮੇਂ ਦੀ ਸੰਭਾਲ ਕਰਨ ਬਾਰੇ ਮਹਾਂਪੁਰਸ਼ਾਂ ਨੇ ਬਹੁਤ ਚੰਗੇ ਕਥਨਾਂ ਦਾ ਉਚਾਰਨ ਕੀਤਾ ਹੈ। ਉਹ ਅਕਸਰ ਆਖਦੇ ਹਨ, ਸਮੇਂ 'ਤੇ ਕਿਸੇ ਦੀ ਮਲਕੀਅਤ ਨਹੀਂ ਹੈ। ਇਹ ਉਹ ਚੀਜ਼ ਹੈ ਜੋ ਅੱਜ ਕਿਸੇ ਕੋਲ ਹੈ, ਕੱਲ੍ਹ ਕਿਸੇ ਕੋਲ ਸੀ, ਪਰਸੋਂ ਕਿਸੇ ਹੋਰ ਦੀ ਹੋਵੇਗੀ। ਭਾਵ ਜਿਹੜਾ ਸਮਾਂ ਆ, ਇਹ ਕਿਸੇ ਦੀ ਮਲਕੀਅਤ ਨਹੀਂ ਹੈਗੀ। ਭਾਵ ਇਹ ਕਿਸੇ ਦਾ, ਕੋਈ ਵੀ ਇਹਦਾ ਮਾਲਕ ਨਹੀਂ ਬਣ ਸਕਿਆ। ਇਹ ਉਹ ਚੀਜ਼ ਹੈ ਜਿਹੜੀ ਅੱਜ ਕਿਸੇ ਕੋਲ ਹੈ, ਕੱਲ੍ਹ ਕਿਸੇ ਕੋਲ ਅਤੇ ਪਰਸੋਂ ਕਿਸੇ ਕੋਲ ਵੀ ਹੋਵੇਗੀ। ਸਮਾਂ ਇੱਕ ਅਜਿਹੀ ਚੀਜ਼ ਹੈ ਜੋ ਮਨੁੱਖ ਨੂੰ ਬਣਾ ਵੀ ਦਿੰਦਾ ਹੈ ਅਤੇ ਪੂਰੀ ਤਰ੍ਹਾਂ ਤਬਾਹ ਵੀ ਕਰ ਦਿੰਦਾ ਹੈ। ਸਮਾਂ ਸੰਸਾਰ ਵਿੱਚ ਸਭ ਤੋਂ ਕੀਮਤੀ ਚੀਜ਼ ਹੈ। ਇਸ ਦੀ ਕੀਮਤ ਨੂੰ ਪਛਾਣਨਾ ਚਾਹੀਦਾ ਹੈ। ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ ਨੇ ਆਪਣੀ ਕਵਿਤਾ ਸਮੇਂ ਨੂੰ ਬਹੁਤ ਬਲਵਾਨ ਆਖਿਆ ਹੈ। ਆਪਣੀ ਕਵਿਤਾ ਦੇ ਵਿੱਚ ਉਹਨੇ ਕੀ ਕਿਹਾ ਆ? ਭਾਈ ਵੀਰ ਸਿੰਘ ਨੇ ਸਮੇਂ ਨੂੰ ਬਹੁਤ ਬਲਵਾਨ ਆਖਿਆ ਹੈ। ਉਹ ਕਹਿੰਦੇ, ਹੋ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉਡਾਂਦਾ ਜਾਮਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਉਹਨਾਂ ਦੇ ਕਹਿਣ ਤੋਂ ਭਾਵ ਹੈ, ਇਹ ਮਨੁੱਖ ਸਮੇਂ ਨੂੰ ਸੰਭਾਲ, ਇਸ ਦੇ ਹਰੇਕ ਪਲ ਨੂੰ ਸਫਲ ਕਰ, ਇਹ ਉੱਡਦਾ ਜਾ ਰਿਹਾ ਹੈ, ਇਸਨੇ ਕਿਸੇ ਦੇ ਆਖੇ ਰੁਕਣਾ ਨਹੀਂ, ਭਾਵੇਂ ਰੁਕਣਾ ਜਾਣਦਾ ਹੀ ਨਹੀਂ। ਫਿਰ ਇੱਕ ਵਾਰ ਇਹ ਹੱਥੋਂ ਨਿਕਲ ਗਿਆ, ਇਸਨੇ ਮੁੜ ਕੇ ਹੱਥ ਨਹੀਂ ਆਉਣਾ। ਠੀਕ ਹੈ ਨਾ। ਇਸਨੇ ਮੁੜ ਕੇ ਹੱਥ ਨਹੀਂ ਆਉਣਾ। ਕਹਿੰਦੇ ਹਨ ਕਿ ਸਮੇਂ ਦਾ ਮੂੰਹ ਵਾਲਾਂ ਨਾਲ ਢਕਿਆ ਹੋਇਆ ਹੈ। ਸਮੇਂ ਦਾ ਮੂੰਹ ਕੀ ਹੈ? ਵਾਲਾਂ ਨਾਲ ਢਕਿਆ ਹੋਇਆ ਹੈ, ਕਿਉਂਕਿ ਜਦੋਂ ਇਹ ਸਾਹਮਣੇ ਆਉਂਦਾ ਤਾਂ ਲੋਕ ਇਸ ਨੂੰ ਪਛਾਣ ਨਹੀਂ ਸਕਦੇ। ਇਸ ਦੇ ਪੈਰਾਂ ਵਿੱਚ ਖੰਭ ਲੱਗੇ ਹੋਏ ਹਨ, ਕਿਉਂਕਿ ਇਹ ਬਹੁਤ ਤੇਜ਼ੀ ਨਾਲ ਉੱਡਦਾ ਹੈ। ਦੇਖੋ, ਜਿਹੜਾ ਅੱਜ ਆਪਣੇ ਕੋਲ ਸਮਾਂ ਆ, ਇਹ ਕੱਲ੍ਹ ਨੂੰ ਵਾਪਸ ਨਹੀਂ ਮਿਲਣਾ। ਕੱਲ੍ਹ ਨੂੰ ਆਪਣੇ ਕੋਲ ਹੋਰ ਨਵਾਂ ਸਮਾਂ ਆਏਗਾ, ਹੈ ਨਾ। ਅਤੇ ਜਦੋਂ ਇੱਕ ਵਾਰ ਚਲਾ ਜਾਂਦਾ ਹੈ, ਉਸ ਨੂੰ ਕੋਈ ਫੜ ਨਹੀਂ ਸਕਦਾ। ਇੱਕ ਲੇਖਕ ਨੇ ਆਖਿਆ ਹੈ ਕਿ ਸਮੇਂ ਦੇ ਚਿਹਰੇ ਦੇ ਸਾਹਮਣੇ
ਵਾਲ ਰਹਿੰਦੇ ਹਨ, ਪਿੱਛੇੋਂ ਉਹ ਗੰਜਾ ਹੈ। ਜੇਕਰ ਤੁਸੀਂ ਸਾਹਮਣੇ ਦੇ ਵਾਲਾਂ ਨੂੰ ਫੜ ਲਓ ਤਾਂ ਸਮਾਂ ਪਕੜ ਵਿੱਚ ਆ ਜਾਂਦਾ ਹੈ। ਇਹ ਇੱਕ ਮਿਥਿਹਾਸਕ ਹੈ ਕਿ ਸਮਾਂ ਇੱਕ ਮਤਲਬ ਉਹਨਾਂ ਨੇ ਮਨੁੱਖ ਦੇ ਤੌਰ 'ਤੇ ਦੱਸਿਆ, ਬਟ ਅਜਿਹਾ ਕੁਝ ਹੈ ਨਹੀਂ। ਮਤਲਬ ਸਾਨੂੰ ਸਮੇਂ ਦੀ ਕਦਰ ਕਰਨ ਬਾਰੇ ਸਮਝਾਉਣ ਵਾਸਤੇ ਇਹ ਗੱਲ ਕਹੀ ਗਈ ਆ, ਠੀਕ ਹੈ। ਪਰ ਜੇਕਰ ਤੁਸੀਂ ਉਸਨੂੰ ਇੱਕ ਵਾਰ ਲੰਘ ਜਾਣ ਦਿਓਗੇ ਤਾਂ ਉਹ ਮੁੜ ਕੇ ਉਸਨੇ ਫੜ ਨਹੀਂ ਹੋਣਾ, ਮਤਲਬ ਫੜ ਨਹੀਂ ਸਕਦਾ ਕੋਈ ਵੀ। ਅਕਸਰ ਕਈ ਵਿਦਿਆਰਥੀ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਹਾਲੇ ਚੰਗਾ ਸਮਾਂ ਨਹੀਂ ਆਇਆ, ਕੱਲ੍ਹ ਤੋਂ ਪੜ੍ਹਨਾ ਸ਼ੁਰੂ ਕਰਾਂਗੇ, ਅੱਜ ਤਾਂ ਸੌਂ ਲਈਏ, ਕੱਲ੍ਹ ਤੋਂ ਸਵੇਰੇ ਉੱਠਿਆ ਕਰਾਂਗੇ, ਅੱਜ ਸ਼ੁਭ ਦਿਨ ਨਹੀਂ ਹੈ, ਪੰਡਿਤ ਜੀ ਨੇ ਅਗਲੇ ਦਿਨ ਤੋਂ ਕੰਮ ਸ਼ੁਰੂ ਕਰਨ ਲਈ ਆਖਿਆ ਹੈ। ਭਰਾਵੋ, ਜੇਕਰ ਕਿਸਮਤ ਵਿੱਚ ਹੋਵੇਗਾ ਤਾਂ ਮਿਲ ਹੀ ਜਾਵੇਗਾ। ਇਹ ਸਾਰੇ ਡਰਪੋਕਾਂ ਅਤੇ ਕੰਮ ਚੋਰਾਂ ਦੇ ਵਾਕ ਹਨ ਕਿ ਅਸੀਂ ਅੱਜ ਨਹੀਂ ਹੋਇਆ ਕੱਲ੍ਹ ਨੂੰ ਕਰਾਂਗੇ, ਕੱਲ੍ਹ ਨੂੰ ਨਹੀਂ ਹੋਇਆ ਪਰਸੋਂ ਕਰਾਂਗੇ, ਹੈ ਨਾ। ਜਿਸ ਨੇ ਅੱਜ ਨਾਲੋਂ ਕੱਲ੍ਹ ਨੂੰ ਚੰਗਾ ਮੰਨ ਲਿਆ ਤਾਂ ਇਹ ਵੀ ਨਿਸ਼ਚਿਤ ਹੈ ਕਿ ਉਹ ਕੱਲ੍ਹ ਆਉਣ 'ਤੇ ਪਰਸੋਂ 'ਤੇ ਨਿਰਭਰ ਹੋ ਜਾਵੇਗਾ। ਜਿਹੜਾ ਅੱਜ ਆਲਸ ਦੀ ਚਾਦਰ ਤਾਣੀ ਪਿਆ ਹੈ, ਉਸ ਦੀ ਚਾਦਰ ਕੱਲ੍ਹ ਵੀ ਨਹੀਂ ਉਤਰੇਗੀ, ਕਿਉਂਕਿ ਜਿਹਨੇ ਆਲਸ ਕਰ ਲਈ ਅੱਜ ਦਾ ਕੰਮ ਕੱਲ੍ਹ 'ਤੇ ਪਾਉਂਦੀ, ਉਹਦਾ ਕੰਮ ਹਮੇਸ਼ਾ ਜਿਹੜਾ ਕੱਲ੍ਹ ਆ ਉਹ ਫਿਰ ਪਰਸੋਂ ਫਿਰ ਚੌਥ 'ਤੇ ਹੋ ਜਾਏਗਾ, ਹੈ ਨਾ। ਕਹਿੰਦੇ ਜਿਸ ਨੇ ਅੱਜ ਕਿਤਾਬ ਨਹੀਂ ਖੋਲ੍ਹੀ ਉਸ ਦੀ ਕਿਤਾਬ ਕੱਲ੍ਹ ਵੀ ਨਹੀਂ ਖੁੱਲ੍ਹੇਗੀ। ਲੋਕਾਂ ਨੂੰ ਪਤਾ ਨਹੀਂ ਹੈ ਕਿ ਸਫਲਤਾ ਸਮੇਂ ਦੀ ਪਟਾਰੀ ਵਿੱਚ ਬੰਦ ਰਹਿੰਦੀ ਹੈ। ਇਸ ਨੂੰ ਸਮੇਂ ਸਿਰ ਖੋਲ੍ਹ ਲੈਣਾ ਚਾਹੀਦਾ ਹੈ। ਭਾਵ ਸਾਨੂੰ ਸਮੇਂ ਦੀ ਕਦਰ ਕਰਦਿਆਂ ਹੋਇਆਂ ਸਮੇਂ 'ਤੇ ਆਪਣੇ ਹਰੇਕ ਕੰਮ ਨੂੰ ਕਰਨਾ ਚਾਹੀਦਾ ਹੈ। ਜਿੰਨੇ ਵੱਡੇ ਆਦਮੀ ਹੁੰਦੇ ਹਨ ਉਹ ਉਨੇ ਹੀ ਸਮੇਂ ਦੀ ਕਦਰ ਕਰਦੇ ਹਨ। ਉਹ ਵੱਡੇ ਵੀ ਤਾਂ ਹੀ ਅਜਿਹੇ ਗੁਣਾਂ ਦੇ ਸਹਾਰੇ ਬਣੇ ਹਨ। ਕਹਿੰਦੇ ਨੇਪੋਲੀਅਨ ਨੇ ਇੱਕ ਵਾਰ ਆਪਣੇ ਜਰਨੈਲਾਂ ਨੂੰ ਖਾਣੇ ਉੱਤੇ ਸੱਦਿਆ, ਪਰ ਜਰਨੈਲ ਸੀ ਸਮੇਂ 'ਤੇ ਨਹੀਂ ਆਏ। ਜਦੋਂ ਸਮਾਂ ਹੋ ਗਿਆ ਤਾਂ ਨੇਪੋਲੀਅਨ ਨੇ ਆਪ ਖਾਣਾ ਸ਼ੁਰੂ ਕਰ ਦਿੱਤਾ। ਨੇਪੋਲੀਅਨ ਹਾਲੇ ਖਾਣਾ ਖਾ ਕੇ ਉੱਠਣ ਹੀ ਲੱਗਾ ਸੀ ਜਦੋਂ ਉਸਦੇ ਜਰਨੈਲ ਆ ਗਏ। ਨੇਪੋਲੀਅਨ ਨੇ ਕੀ ਕਿਹਾ ਉਹਨਾਂ ਨੂੰ? ਕਹਿੰਦੇ ਖਾਣੇ ਦਾ ਸਮਾਂ ਬੀਤ ਚੁੱਕਾ ਹੈ, ਆਓ ਹੁਣ ਆਪਣੇ ਕੰਮ 'ਤੇ ਚੱਲੀਏ, ਜੋ ਉੱਧਰੋਂ ਵੀ ਨੁਕਸਾਨ ਨਾ ਹੋ ਜਾਵੇ। ਉਸ ਦਿਨ ਨੇਪੋਲੀਅਨ ਦੇ ਜਰਨੈਲਾਂ ਨੂੰ ਭੁੱਖੇ ਹੀ ਕੰਮ 'ਤੇ ਜਾਣਾ ਪਿਆ। ਕਿਉਂਕਿ ਜਰਨੈਲਾਂ ਨੇ ਸਮੇਂ ਦੀ ਪਾਲਣਾ ਨਹੀਂ ਕੀਤੀ ਸੀ, ਉਹ ਸਮੇਂ 'ਤੇ ਨਹੀਂ ਪਹੁੰਚੇ ਸੀ। ਨੇਪੋਲੀਅਨ ਆਪਣੇ ਸਮੇਂ ਦਾ ਬੜਾ ਪਾਬੰਦ ਸੀ। ਨੇਪੋਲੀਅਨ ਕਹਿੰਦਾ ਹੁੰਦਾ ਸੀ ਕਿ ਹਰ ਇੱਕ ਘੜੀ ਜੋ ਅਸੀਂ ਹੱਥੋਂ ਗਵਾ ਬੈਠਦੇ ਹਾਂ ਉਹ ਸਾਡੀ ਬਦਕਿਸਮਤੀ ਦੇ ਖਜ਼ਾਨੇ ਵਿੱਚ ਜਮ੍ਹਾਂ ਹੁੰਦੀ ਹੈ। ਸਮੇਂ ਦੀ ਪਾਬੰਦੀ ਸੱਚਮੁੱਚ ਹੀ ਜੀਵਨ ਦੇ ਰਾਹ ਸਾਫ਼ ਕਰਦੀ ਹੈ। ਇਸ ਲਈ ਜਿਹੜੇ ਲੋਕ ਸਮੇਂ ਦੇ ਹਾਣੀ ਬਣ ਕੇ ਚੱਲਣਗੇ ਜ਼ਿੰਦਗੀ ਵਿੱਚ ਸਭ ਕੁਝ ਪ੍ਰਾਪਤ ਕਰ ਲੈਣਗੇ। ਜਿਹੜੇ ਲੋਕ ਸਮੇਂ ਦੀ ਕਦਰ ਨਹੀਂ ਕਰਨਗੇ ਉਹ ਪਿੱਛੇ ਰਹਿ ਜਾਣਗੇ ਅਤੇ ਕੁਝ ਵੀ ਪ੍ਰਾਪਤ ਨਹੀਂ ਕਰ ਸਕਣਗੇ। ਬੇਟਾ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹ ਪਾਠ ਸਮਝ ਆਇਆ ਹੋਵੇਗਾ। ਬੇਟਾ ਜੀ, ਇਸ ਪਾਠ ਨੂੰ ਪੜ੍ਹਨ ਤੋਂ ਬਾਅਦ ਤੁਹਾਨੂੰ ਸਮੇਂ ਦੀ ਮਹੱਤਤਾ ਬਾਰੇ ਪਤਾ ਲੱਗ ਹੀ ਚੁੱਕਾ ਹੋਵੇਗਾ ਅਤੇ ਅੱਜ ਤੋਂ ਬੇਟਾ ਤੁਸੀਂ ਸਾਰਿਆਂ ਨੇ ਸਮੇਂ ਦੀ ਪਾਲਣਾ ਕਰਨੀ ਹੈ। ਸਮੇਂ ਮੁਤਾਬਕ ਸਮੇਂ ਅਨੁਸਾਰ ਕੰਮ ਕਰਨਾ ਹੈ। ਜੋ ਅੱਜ ਦਾ ਕੰਮ ਹੈ ਉਹ ਕਦੇ ਵੀ ਕੱਲ੍ਹ 'ਤੇ ਨਹੀਂ ਪਾਉਣਾ, ਅੱਜ ਦਾ ਕੰਮ ਅੱਜ ਹੀ ਕਰਨਾ ਆ। ਓਕੇ ਬੇਟਾ, ਧੰਨਵਾਦ।